ਹੈਲੋ ਸਟੂਡੈਂਟਸ, ਹਾਊ ਆਰ ਯੂ। ਲਾਈਫ ਵਿੱਚ ਸਾਨੂੰ ਹਰ ਤਰ੍ਹਾਂ ਦੇ ਲੋਕ ਮਿਲਦੇ ਹਨ। ਕੋਈ ਬਹੁਤ ਚੰਗੇ ਲੱਗਦੇ ਹਨ, ਕੋਈ ਥੋੜ੍ਹੇ ਜਿਹੇ ਘੱਟ ਚੰਗੇ, ਕੋਈ ਬਹੁਤ ਹੀ ਘੱਟ ਚੰਗੇ ਪਰ ਹੁੰਦੇ ਸਾਰੇ ਚੰਗੇ ਆ। ਓਕੇ, ਸੋ ਇਸੇ ਤਰ੍ਹਾਂ ਹਰ ਚੀਜ਼ ਦੀ ਇੱਕ ਡਿਗਰੀ ਹੁੰਦੀ ਹੈ, ਹਰ ਚੀਜ਼ ਦਾ ਇੱਕ ਦਰਜਾ ਹੁੰਦਾ। ਕੋਈ ਸਾਨੂੰ ਸਿਰਫ ਚੰਗਾ ਲੱਗਦਾ, ਕੋਈ ਉਸ ਤੋਂ ਚੰਗਾ, ਕੋਈ ਸਭ ਤੋਂ ਚੰਗਾ, ਹੈ ਨਾ। ਇਸੇ ਤਰ੍ਹਾਂ ਹੀ ਕਲਰਸ ਹੁੰਦੇ ਹਨ, ਕੋਈ ਗੂੜਾ, ਕੋਈ ਉਸ ਤੋਂ ਗੂੜਾ, ਕੋਈ ਸਭ ਤੋਂ ਗੂੜਾ, ਕੋਈ ਲੰਬਾ, ਕੋਈ ਉਸ ਤੋਂ ਲੰਬਾ, ਕੋਈ ਸਭ ਤੋਂ ਲੰਬਾ, ਕੋਈ ਛੋਟਾ, ਉਸ ਤੋਂ ਛੋਟਾ, ਸਭ ਤੋਂ ਛੋਟਾ। ਹੁਣ ਤੁਸੀਂ ਕਹੋਗੇ ਕਿ ਸਰ ਇੱਕਦਮ ਤੁਸੀਂ ਇਹ ਕਿਹੋ ਜਿਹੀਆਂ ਗੱਲਾਂ ਸ਼ੁਰੂ ਕਰਤੀਆਂ। ਸਾਡਾ ਅੱਜ ਦਾ ਟੌਪਿਕ ਹੀ ਇਹੀ ਹੈ ਕਿ ਇੰਗਲਿਸ਼ ਦੇ ਵਿੱਚ ਜਦੋਂ ਅਸੀਂ ਕਿਸੇ ਦੇ ਗੁਣਾਂ ਦੀ ਡਿਗਰੀ, ਗੁਣਾਂ ਦਾ ਦਰਜਾ ਨਿਰਧਾਰਿਤ ਕਰਨਾ ਹੈ ਤਾਂ ਕਿਹੜੇ ਸ਼ਬਦਾਂ ਨਾਲ ਕਰ ਸਕਦੇ ਹਾਂ ਅਤੇ ਕਿਵੇਂ ਕਰ ਸਕਦੇ ਹਾਂ। ਠੀਕ ਹੈ, ਸੋ ਇਹਨਾਂ ਗੁਣਾਂ ਦੇ ਦਰਜਿਆਂ ਨੂੰ ਆਪਾਂ ਕਹਿੰਦੇ ਹਾਂ ਡਿਗਰੀਜ਼ ਆਫ ਐਡਜੈਕਟਿਵ। ਸੋ ਜੋ ਤੁਹਾਡੇ 'ਚ ਐਡਜੈਕਟਿਵ ਹਨ, ਜੋ ਗੁਣ ਹਨ ਕਿਸੇ ਵੀ ਵਸਤੂ ਵਿੱਚ, ਕੋਈ ਛੋਟੀ ਹੈ, ਕੋਈ ਵੱਡੀ ਹੈ, ਕੋਈ ਚੰਗੀ ਹੈ, ਕੋਈ ਮਾੜੀ ਹੈ, ਕਿਸੇ ਤਰ੍ਹਾਂ ਦਾ ਵੀ ਕੋਈ ਗੁਣ ਔਗਣ ਹੈ, ਉਹਦੀ ਡਿਗਰੀ ਕੀ ਹੈ, ਕਿੰਨੀ ਕੁ ਚੰਗੀ ਹੈ, ਕਿੰਨੀ ਕੁ ਮਾੜੀ ਹੈ। ਠੀਕ ਹੈ, ਉਹਨੂੰ ਆਪਾਂ ਕਹਿੰਦੇ ਹਾਂ ਡਿਗਰੀ ਆਫ ਐਡਜੈਕਟਿਵ। ਆਓ ਅਸੀਂ ਹੁਣ 8ਵੀਂ ਕਲਾਸ ਦੀ ਸੋਹਣੀ ਸੋਹਣੀ ਨਵੀਂ ਨਵੀਂ ਬੁੱਕ ਦੇ ਦੁਆਲੇ ਹੋਈਏ ਅਤੇ ਉਹਨੂੰ ਕਹੀਏ ਕਿ ਸਾਨੂੰ ਵੀ ਕੁਝ ਸੋਹਣਾ ਸੋਹਣਾ ਨਵਾਂ ਨਵਾਂ ਡਿਗਰੀਜ਼ ਆਫ ਐਡਜੈਕਟਿਵ ਬਾਰੇ ਸਿਖਾਓ। ਲੈਟਸ ਸਟਾਰਟ। ਫੋਰਮੇਸ਼ਨ ਆਫ ਕੰਪੈਰੇਟਿਵ ਐਂਡ ਸੁਪਰਲੇਟਿਵ ਡਿਗਰੀਜ਼। ਕੰਪੈਰੇਟਿਵ ਹੁੰਦਾ ਜਦੋਂ ਅਸੀਂ ਕਿਸੇ ਨਾਲ ਮਿਲਾਨ ਕਰਦੇ ਹਾਂ, ਤੁਲਨਾ ਕਰਦੇ ਹਾਂ ਕਿ ਇਹ ਚੰਗਾ ਪਰ ਨਹੀਂ ਇਹ ਉਸ ਤੋਂ ਚੰਗਾ। ਓਕੇ, ਇਹ ਚੀਜ਼ ਗੂੜੀ ਹੈ, ਨਹੀਂ ਇਹ ਉਸ ਤੋਂ ਗੂੜੀ ਹੈ, ਇਹ ਛੋਟੀ ਹੈ, ਇਹ ਉਸ ਤੋਂ ਛੋਟੀ ਹੈ। ਠੀਕ, ਜਦੋਂ ਅਸੀਂ ਤੁਲਨਾਤਮਕ ਅਧਿਐਨ ਕਰਦੇ ਹਾਂ ਉਹਨੂੰ ਕਹਿੰਦੇ ਕੰਪੈਰੇਟਿਵ ਡਿਗਰੀ। ਓਕੇ, ਸੁਪਰਲੇਟਿਵ, ਸੁਪਰ ਤੋਂ ਭਾਵ ਸਭ ਤੋਂ ਵੱਡਾ। ਜਦੋਂ ਅਸੀਂ ਕਿਸੇ ਦਾ ਗੁਣ ਸਭ ਤੋਂ ਵੱਡਾ ਦਿਖਾਉਣਾ ਹੋਵੇ ਉਹਨੂੰ ਆਪਾਂ ਕਹਿੰਦੇ ਹਾਂ ਸੁਪਰਲੇਟਿਵ ਡਿਗਰੀ, ਕਿ ਇਹ ਉੱਚਾ ਹੈ, ਇਹ ਸਭ ਤੋਂ ਉੱਚਾ, ਇਹ ਛੋਟਾ, ਇਹ ਸਭ ਤੋਂ ਛੋਟਾ। ਠੀਕ, ਸੋ ਸਭ ਤੋਂ ਉੱਚਾ, ਸਭ ਤੋਂ ਛੋਟਾ, ਇਹ ਕੀ ਹੋ ਗਿਆ ਸੁਪਰਲੇਟਿਵ ਡਿਗਰੀਜ਼। An adjective is a word which qualifies a noun or a pronoun। ਇੱਕ ਇਹੋ ਜਿਹਾ adjective ਭਾਵ ਵਿਸ਼ੇਸ਼ਣ ਇੱਕ ਇਹੋ ਜਿਹਾ ਵਰਡ ਹੁੰਦਾ ਹੈ ਜਿਹੜਾ ਕਿਸੇ ਨਾਉਨ ਤੇ ਪ੍ਰੋਨਾਉਨ ਨੂੰ ਕੁਆਲੀਫਾਈ ਕਰਦਾ ਹੈ, ਉਹਦੇ ਬਾਰੇ ਸਾਨੂੰ ਹੋਰ ਦੱਸਦਾ ਹੈ ਕਿ ਉਹਦੇ ਵਿੱਚ ਕੀ ਕੀ ਗੁਣ ਔਗਣ ਹਨ। ਇਨ ਅਦਰ ਵਰਡਸ, ਦੂਜੇ ਸ਼ਬਦਾਂ ਵਿੱਚ adds something to the meaning of a noun or a pronoun, ਕਿ ਐਡਜੈਕਟਿਵ ਇੱਕ ਨਾਉਨ ਜਾਂ ਪ੍ਰੋਨਾਉਨ ਦੀ ਮੀਨਿੰਗ ਦੇ ਵਿੱਚ ਐਡ ਕਰਦਾ ਹੈ। ਠੀਕ ਹੈ, ਕਿ ਹਾਂ ਇਹ ਪਾਣੀ ਹੀ ਨਹੀਂ ਹੈ, ਇਹ ਠੰਡਾ ਪਾਣੀ ਹੈ, ਇਹ ਪਾਣੀ ਹੀ ਨਹੀਂ ਹੈ, ਇਹ ਗਰਮ ਪਾਣੀ ਹੈ। ਠੀਕ ਹੈ, ਸੋ ਪਾਣੀ ਬਾਰੇ ਸਾਡੀ ਨੌਲੇਜ ਹੋਰ ਐਡ ਕਰਤੀ, ਕਿਹੜੇ ਸ਼ਬਦ ਨੇ ਕੀਤੀ, ਐਡਜੈਕਟਿਵ ਨੇ। ਸੋ ਇਸੇ ਤਰ੍ਹਾਂ ਦੀਆਂ ਨੀਚੇ ਐਗਜ਼ਾਮਪਲਸ ਦਿੱਤੀਆਂ। ਅ ਬਲੈਕ ਹਾਰਸ, ਹੁਣ ਹਾਰਸ ਨਾਉਨ ਹੋ ਗਿਆ ਹੈ ਨਾ। ਹੁਣ ਹਾਰਸ ਬਾਰੇ ਜਾਣਕਾਰੀ ਹੋਰ ਕੀ ਮਿਲ ਗਈ, ਐਡਜੈਕਟਿਵ ਦੇ ਥਰੂ, ਕਿ ਉਹ ਬਲੈਕ ਹੈ, ਬਲੈਕ ਉਹਦਾ ਐਡਜੈਕਟਿਵ ਹੋ ਗਿਆ। ਸਮ ਮਨੀ, ਕੁਝ ਪੈਸਾ। ਸੋ ਜੋ ਬੋਲਡ ਲੈਟਰਸ ਹਨ, ਮੋਟੇ ਸ਼ਬਦ ਹਨ, ਉਹ ਸਾਰੇ ਕੀ ਨੇ, ਐਡਜੈਕਟਿਵ, ਉਹਨਾਂ ਦੇ ਗੁਣ ਔਗਣ। 30 ਬੁੱਕਸ, ਦਿਸ ਨੋਬਲ ਮੈਨ, ਇਹ ਨੇਕ ਆਦਮੀ। ਅ ਕਲੈਵਰ ਬੁਆਏ, ਇੱਕ ਚਲਾਕ ਲੜਕਾ। ਟਾਈਪਸ ਆਫ ਐਡਜੈਕਟਿਵਸ। ਹੁਣ ਆਓ ਅਸੀਂ ਦੇਖਦੇ ਹਾਂ ਕਿ ਇਸ ਐਡਜੈਕਟਿਵਸ ਦੀਆਂ ਕਿਸਮਾਂ ਕਿਹੜੀਆਂ ਕਿਹੜੀਆਂ ਹੁੰਦੀਆਂ ਹਨ। ਟਾਈਪ 1, most adjectives generally form the comparative degree by suffixing er, ਕਿ ਜ਼ਿਆਦਾਤਰ ਐਡਜੈਕਟਿਵ ਜਦੋਂ ਕੰਪੈਰੇਟਿਵ ਡਿਗਰੀ ਬਣਾਉਂਦੇ ਹਨ ਉਹ ਕਿੱਦਾਂ ਬਣਾਉਂਦੇ ਹਨ, ਜਦੋਂ ਉਹਨਾਂ ਦੇ ਮਗਰ er ਲੱਗ ਜਾਂਦਾ ਹੈ। and the superlative degree by adding the suffix est। ਸੋ suffix ਤੋਂ ਭਾਵ ਹੈ ਪਿਛੇਤਰ। ਸੋ ਜ਼ਿਆਦਾਤਰ ਜਦੋਂ ਕਿਸੇ ਵੀ ਵਿਸ਼ੇਸ਼ਣ, ਕਿਸੇ ਵੀ ਐਡਜੈਕਟਿਵ ਦੇ ਮਗਰ est ਲੱਗ ਜਾਵੇ ਤੇ ਉਹ ਥਰਡ ਡਿਗਰੀ ਹੋ ਜਾਂਦੀ ਹੈ, ਭਾਵ ਸੁਪਰਲੇਟਿਵ ਡਿਗਰੀ। ਪਲੀਜ਼ ਲੁੱਕ ਐਟ ਦਾ ਫੋਲੋਇੰਗ ਟੇਬਲਸ। ਹੁਣ ਆਪਾਂ ਹੇਠਾਂ ਦਿੱਤੇ ਟੇਬਲਸ ਦੇਖਦੇ ਹਾਂ, ਇਹ ਪੜ੍ਹਦੇ ਪੜ੍ਹਦੇ ਹੀ ਸਾਨੂੰ ਸਾਰਾ ਆਈਡੀਆ ਹੋ ਜਾਏਗਾ। ਸੋ ਇਹ ਹਨ ਡਿਗਰੀਜ਼ ਆਫ ਐਡਜੈਕਟਿਵਸ। ਫਸਟ ਹੈ ਪੋਜ਼ਿਟਿਵ ਡਿਗਰੀ, ਸੈਕਿੰਡ ਹੈ ਕੰਪੈਰੇਟਿਵ ਡਿਗਰੀ, ਥਰਡ ਹੈ ਸੁਪਰਲੇਟਿਵ ਡਿਗਰੀ। ਓਕੇ, ਸੋ ਪੋਜ਼ਿਟਿਵ ਤੋਂ ਭਾਵ ਐਡਜੈਕਟਿਵ। ਸੋ ਐਡਜੈਕਟਿਵ ਦਾ ਜਦੋਂ ਅਸੀਂ ਕੋਈ ਤੁਲਨਾਤਮਕ ਸ਼ਬਦ ਲਿਖਣਾ ਹੋਵੇ ਉਹ ਕੰਪੈਰੇਟਿਵ, ਜਦੋਂ ਉਸ ਐਡਜੈਕਟਿਵ ਦਾ ਸਭ ਤੋਂ ਸ੍ਰੇਸ਼ਟ, ਸਭ ਤੋਂ ਵੱਡਾ ਸ਼ਬਦ ਲਿਖਣਾ ਹੋਵੇ ਉਹ ਕੀ ਹੋਏਗਾ, ਸੁਪਰਲੇਟਿਵ। ਜਿਵੇਂ ਪਿਕਚਰ ਵਿੱਚ ਹੀ ਕਲੀਅਰ ਹੈ, ਟਾਲ, ਟਾਲਰ, ਟਾਲੈਸਟ। ਹੁਣ ਦੇਖੋ ਇੱਕ ਲੰਬਾ ਬੱਚਾ ਹੈ ਜਦੋਂ ਇਕੱਲਾ ਖੜਾ, ਹੁਣ ਉਸ ਤੋਂ ਲੰਬਾ ਬੱਚਾ ਆ ਗਿਆ, ਉਹ ਹੋ ਗਿਆ ਟਾਲਰ ਦੈਨ ਹਿਮ। ਹੁਣ ਸਭ ਤੋਂ ਲੰਬਾ ਬੱਚਾ ਤਿੰਨਾਂ ਚੋਂ ਕਿਹੜਾ, ਯੈਸ, ਟਾਲੈਸਟ। ਠੀਕ ਹੈ, ਹੀ ਇਜ਼ ਦ ਟਾਲੈਸਟ ਅਮੰਗ ਆਲ। ਲੈਟਸ ਰੀਡ। ਨੋਬਲ, ਨੇਕ, nobler, noblest,
ਸੋ ਮੈਂ ਪਹਿਲੇ ਦੋ ਦੇ ਮੀਨਿੰਗ ਦੱਸ ਦੇਣਾ, ਬਾਕੀ ਉੱਦਾਂ ਹੀ ਪੜ੍ਹ ਦਾਂਗਾ। ਨੋਬਲਰ ਯਾਨੀ ਉਸ ਤੋਂ ਜ਼ਿਆਦਾ ਨੇਕ, ਨੋਬਲੈਸਟ ਸਭ ਤੋਂ ਨੇਕ। ਨੀਅਰ ਨੇੜੇ, ਨੀਅਰਰ ਉਸ ਤੋਂ ਨੇੜੇ, ਨੀਅਰੈਸਟ ਸਭ ਤੋਂ ਨੇੜੇ। ਏਬਲ ਯੋਗ, ਏਬਲਰ ਏਬਲੈਸਟ। ਸੇਨ ਸਮਝਦਾਰ, ਸੇਨਰ ਸੇਨੈਸਟ। ਕਲੀਨ ਸਾਫ, ਕਲੀਨਰ ਕਲੀਨੈਸਟ। ਡੀਅਰ प्यारा, डियरर डियरेस्ट। ब्राइट चमकदार, ब्राइटर ब्राइटेस्ट। बोल्ड बहादुर, बोल्डर बोल्डेस्ट। क्लेवर चालाक, क्लेवरर क्लेवरेस्ट। शॉर्ट छोटा, शॉर्टर शॉर्टेस्ट। डीप डूंगा, डीपर डीपेस्ट। टॉल लंबा, टॉलर टॉलेस्ट। फ्यू कुछ, फ्यूअर फ्यूएस्ट। फास्ट तेज, फास्टर फास्टेस्ट। ग्रेट महान, ग्रेटर ग्रेटेस्ट। हार्ड कठोर, हार्डर हार्डेस्ट। हाई ऊंचा, हायर हाईएस्ट। कीन रुचि लैन वाला, कीनर कीनेस्ट। काइंड दयालु, काइंडर काइंडेस्ट। लाइट हल्का, लाइटर लाइटेस्ट। स्ट्रोंग ताकतवर, स्ट्रोंगर स्ट्रोंगेस्ट। वीक कमज़ोर, वीकर वीकेस्ट। पुअर गरीब, पुअरर पुअरेस्ट। रेयर दुर्लभ, भाव कोई चीज़ जो ਆਪਾਂ ਨੂੰ ਘੱਟ ਮਿਲਦੀ ਹੋਵੇ ਉਹਨੂੰ ਕਹਿੰਦੇ ਆ ਦੁਰਲਭ, ਰੇਅਰ। ਰੇਅਰਰ ਰੇਅਰੈਸਟ। ਪਿਓਰ शुद्ध, प्योरर प्योरेस्ट। रिच अमीर, रिचर रिचेस्ट। सेफ सुरक्षित, सेफर सेफेस्ट। स्वीट मिठा, स्वीटर स्वीटेस्ट। टाइप 2 in the case of longer objective of 3 or more syllables, comparative and superlative degrees are formed by adding the word more and most before the positive degree। ਭਾਵੋ ਸ਼ਬਦ ਜੋ ਦੂਜਿਆਂ ਤੋਂ ਥੋੜੇ ਜਿਹੇ ਲੰਬੇ ਹੋਣ ਅਤੇ ਜਿਨ੍ਹਾਂ ਵਿੱਚ 3 ਜਾਂ 3 ਤੋਂ ਜ਼ਿਆਦਾ syllables ਹੋਣ। ਸੋ syllable ਤੋਂ ਭਾਵ ਵਾਉਲ ਸਾਊਂਡਸ ਤੋਂ ਹੈ, ਠੀਕ ਹੈ। ਜਿੱਦਾਂ ਊੜਾ ਐੜਾ ਈੜੀ ਦੀ ਆਵਾਜ਼ ਆਉਂਦੀ ਹੈ ਨਾ, ਊ ਅ ਈ, ਓਕੇ। ਸੋ ਇਹ ਵਾਲੀਆਂ ਸਾਊਂਡਸ ਜਾਂ ਤਾਂ 3 ਵਾਰ ਆਉਂਦੀਆਂ ਹੋਣ ਜਾਂ ਇਸ ਤੋਂ ਜ਼ਿਆਦਾ ਵਾਰ ਕਿਸੇ ਸ਼ਬਦ ਵਿੱਚ ਆਉਂਦੀਆਂ ਹੋਣ ਤਾਂ ਉਸ ਸ਼ਬਦ ਦੇ ਨਾਲ ਮੋਰ ਲੱਗਦਾ ਹੈ ਤੇ ਮੋਸਟ ਲੱਗਦਾ ਹੈ ਕੰਪੈਰੀਟਿਵ ਡਿਗਰੀ ਬਣਾਉਣ ਤੇ ਸੁਪਰਲੇਟਿਵ ਡਿਗਰੀ ਬਣਾਉਣ ਲਈ। ਸੋ ਆਓ ਆਪਾਂ ਪਹਿਲੀ ਐਗਜ਼ਾਮਪਲ ਦੇਖਦੇ ਹਾਂ ਜਿੰਨਾ ਸਾਨੂੰ ਹੋਰ ਕਲੀਅਰ ਹੋਏਗਾ। ਸੋ ਪਹਿਲਾ ਵਰਡ ਹੈ ਬਿਊਟੀਫੁਲ। ਸੋ ਇਸ ਨੂੰ ਅਸੀਂ ਦੇਖਾਂਗੇ ਕਿ ਇਹਦੇ ਵਿੱਚ ਸਾਊਂਡਸ ਕਿੰਨੀਆਂ ਆਉਂਦੀਆਂ ਹਨ। ਦੇਖੋ ਬੀ, ਹੁਣ ਜੇ ਮੈਂ ਬ ਨੂੰ ਕੱਟ ਦੇਵਾਂ ਤੇ ਆਵਾਜ਼ ਕੀ ਆ ਰਹੀ ਹੈ, ਈ। ਊੜਾ ਐੜਾ ਈੜੀ ਦੀ ਹੈ ਨਾ, ਈ ਦੀ ਸਾਊਂਡ ਆ ਗਈ। ਸੋ ਇੱਕ ਸਿਲੇਬਲ ਆ ਗਿਆ। ਬੀ ਊ ਹੈ ਨਾ, ਊ ਦੀ ਸਾਊਂਡ। ਸੋ ਈ ਤੇ ਊ 2 ਸਿਲੇਬਲਸ ਆ ਗਏ। ਟੀ, ਫਿਰ ਈ ਦੀ ਸਾਊਂਡ ਆਈ, 3 ਸਿਲੇਬਲ ਆ ਗਏ। ਬੀ ਊ ਟੀ ਫੁੱਲ, ਫੂ, ਫਿਰ ਊ ਦੀ ਸਾਊਂਡ ਆ ਗਈ, ਠੀਕ ਹੈ। ਸੋ ਇਹ 'ਚ 4 ਸਿਲੇਬਲਸ ਆ ਗਏ। ਇਸ ਕਰਕੇ ਇਹਦੇ ਨਾਲ ਮੋਰ ਤੇ ਮੋਸਟ ਲੱਗੇਗਾ ਕੰਪੈਰੀਟਿਵ ਤੇ ਸੁਪਰਲੇਟਿਵ ਡਿਗਰੀ ਬਣਾਉਣ ਲਈ, ਓਕੇ। ਸੋ ਇਸੇ ਤਰ੍ਹਾਂ ਹੀ ਸਾਰਿਆਂ ਦੇ ਨਾਲ ਆਪਾਂ ਮੋਰ ਤੇ ਮੋਸਟ ਲਗਾਵਾਂਗੇ। ਸੋ ਜੇ ਇਹ ਗੱਲ ਸਮਝਣੀ ਔਖੀ ਵੀ ਲੱਗੇ ਤਾਂ ਵੀ ਤੁਸੀਂ ਹੋਰ ਕੁਝ ਨਹੀਂ ਕਰਨਾ, ਸਿਰਫ ਇਹਨਾਂ ਨੂੰ ਯਾਦ ਕਰਨਾ ਹੈ, ਰੋਜ਼-ਰੋਜ਼ ਬੋਲਣਾ ਹੈ। ਗ੍ਰਾਮਰ ਦੇ ਕਈ ਪਾਰਟ ਨਹੀਂ ਵੀ ਸਮਝ ਆਉਂਦੇ ਤਾਂ ਵੀ ਜਦੋਂ ਅਸੀਂ ਇਹਨਾਂ ਸ਼ਬਦਾਂ ਨੂੰ ਬਾਰ-ਬਾਰ ਪੜ੍ਹਦੇ ਰਹਿੰਦੇ ਹਾਂ, ਇਹ ਸਾਡੀ ਲੈਂਗੁਏਜ ਦਾ ਹਿੱਸਾ ਬਣ ਜਾਂਦੇ ਹਨ। ਲੈਟਸ ਸਟਾਰਟ। ਬਿਊਟੀਫੁਲ, ਮੋਰ ਬਿਊਟੀਫੁਲ, ਮੋਸਟ ਬਿਊਟੀਫੁਲ। ਕਰੇਜੀਅਸ, ਕਰੇਜੀਅਸ ਹੁੰਦਾ ਹੌਂਸਲੇ ਵਾਲਾ। ਮੋਰ ਕਰੇਜੀਅਸ, ਮੋਸਟ ਕਰੇਜੀਅਸ। ਬ੍ਰਿਲੀਅੰਟ ਹੁਸ਼ਿਆਰ। ਮੋਰ ਬ੍ਰਿਲੀਅੰਟ, ਮੋਸਟ ਬ੍ਰਿਲੀਅੰਟ। ਕੈਪੇਬਲ ਯੋਗ। ਮੋਰ ਕੈਪੇਬਲ, ਮੋਸਟ ਕੈਪੇਬਲ। ਡਿਫਿਕਲਟ ਔਖਾ। ਮੋਰ ਡਿਫਿਕਲਟ, ਮੋਸਟ ਡਿਫਿਕਲਟ। ਵੰਡਰਫੁਲ ਅਦਭੁਤ। ਮੋਰ ਵੰਡਰਫੁਲ, ਮੋਸਟ ਵੰਡਰਫੁਲ। ਇੰਟਰਸਟਿੰਗ ਰੋਚਕ। ਮੋਰ ਇੰਟਰਸਟਿੰਗ, ਮੋਸਟ ਇੰਟਰਸਟਿੰਗ। ਇਗਨੋਰੈਂਟ, ਮੋਰ ਇਗਨੋਰੈਂਟ, ਮੋਸਟ ਇਗਨੋਰੈਂਟ। ਡਿਲੀਜੈਂਟ ਮਿਹਨਤੀ। more diligent, most diligent. Type 3 adjectives of 2 syllables follow one or the other of the above rules. Those ending in full, ve usually take more and most. So ਜਿਹੜੇ ਸ਼ਬਦ full ਦੇ ਨਾਲ ਖਤਮ ਹੁੰਦੇ ਹੋਣ, er ਦੇ ਨਾਲ ਖਤਮ ਹੁੰਦੇ ਹੋਣ, ve ਦੇ ਨਾਲ ਖਤਮ ਹੁੰਦੇ ਹੋਣ, ਉਹਨਾਂ ਦੇ ਨਾਲ ਵੀ more ਤੇ most ਲੱਗਦਾ ਹੈ। ਜਿਸ ਤਰ੍ਹਾਂ active तेज, more active, most active। डाउटफुल शक्की,
more doubtful, most doubtful. Careful, सावधान, more careful, most careful. Harmful, नुकसानदायक, more harmful, most harmful. Proper, खास, more proper, most proper. Obscure, अस्पष्ट, more obscure, most obscure. Secure, सुरक्षित, more secure, most secure. Type 4, those ending in y or ly, ਜਿਹੜੇ ਕਿ y ਜਾਂ ly ਨਾਲ ਖਤਮ ਹੁੰਦੇ ਹਨ. Add IER and EST after the removal of y. ਤਾਂ ਉਹਨਾਂ ਸ਼ਬਦਾਂ ਦੇ ਅਖੀਰ ਵਿੱਚ y ਨੂੰ ਰਿਮੂਵ ਕਰਕੇ ਕੰਪੈਰੀਟਿਵ ਡਿਗਰੀ ਦੇ ਨਾਲ IER ਲਗਾ ਦੇਣਾ ਤੇ ਸੁਪਰਲੇਟਿਵ ਡਿਗਰੀ ਦੇ ਨਾਲ EST ਲਗਾ ਦੇਣਾ ਹੈ. ਜਿਸ ਤਰ੍ਹਾਂ pretty, prettier, prettiest. Happy, happier, happiest. Heavy, heavier, heaviest. Easy, easier, easiest. Jolly, jollier, jolliest. Busy, busier, busiest. Holy, holier, holiest. Type 5, when a consonant comes after a short vowel sound, it doubles itself and adds ER and EST in comparative and superlative degree. ਜਦੋਂ ਕਿਸੇ ਹਲਕੀ ਵਾਉਲ ਸਾਊਂਡਸ ਦੇ ਮਗਰ ਕੋਈ ਕੌਨਸੋਨੈਂਟ ਆਂਦਾ ਹੈ, ਭਾਵ AEIOU ਵਾਲੀ ਜੋ ਸਾਊਂਡ ਹੁੰਦੀ ਹੈ, ਉਸ ਸਾਊਂਡ ਤੋਂ ਬਾਅਦ ਕੋਈ ਹੋਰ ਵਿਅੰਜਨ ਆਂਦਾ ਹੈ, ਕੌਨਸੋਨੈਂਟ ਆਂਦਾ ਹੈ, ਤਾਂ ਅਜਿਹੇ ਸ਼ਬਦਾਂ ਦੇ ਮਗਰ ER ਤੇ EST ਕੰਪੈਰੀਟਿਵ ਤੇ ਸੁਪਰਲੇਟਿਵ ਡਿਗਰੀ ਨਾਲ ਲੱਗਦਾ ਹੈ. ਜਿਸ ਤਰ੍ਹਾਂ ਬਿਗ. ਸੋ ਇੱਥੇ ਹੁਣ ਹਲਕੀ ਜੀ ਵਾਉਲ ਸਾਊਂਡ ਦੇ ਮਗਰ ਇੱਕ ਕੌਨਸੋਨੈਂਟ ਹੈ, ਇਸ ਕਰਕੇ ਇਹਦੇ ਨਾਲ ਕੀ ਆਏਗਾ? ਬਿਗਰ, ਬਿਗੈਸਟ. ਹੌਟ, ਹੁਣ ਵਾਉਲ ਸਾਊਂਡ ਕੀ ਸੀ? O ਤੇ ਮਗਰ ਕੌਨਸੋਨੈਂਟ ਕਿਹੜਾ ਹੈ? ਟ. ਹੌਟ, ਹੌਟਰ, ਹੌਟੈਸਟ. ਫੈਟ, ਫੈਟਰ, ਫੈਟੈਸਟ. ਸੈਡ, ਸੈਡਰ, ਸੈਡੈਸਟ. ਵੈਟ ਯਾਨੀ ਗਿੱਲਾ, ਵੈਟਰ, ਵੈਟੈਸਟ. ਥਿਨ, ਪਤਲਾ, ਥਿਨਰ, ਥਿਨੈਸਟ. ਰੈਡ, redder, reddest. Mad, ਪਾਗਲ, madder, maddest. Type 6, miscellaneous adjectives. miscellaneous ਹੁੰਦਾ ਫੁਟਕਲ, ਭਾਵ ਜੋ ਬਚ ਗਏ, ਜੋ ਉੱਪਰਲੀਆਂ ਟਾਈਪਸ ਵਿੱਚ ਨਹੀਂ ਆਏ, ਅਲੱਗ-ਅਲੱਗ ਤਰ੍ਹਾਂ ਦੇ adjectives. ਜਿਸ ਤਰ੍ਹਾਂ bad, worse, worst. ਸੋ ਇਹ ਮਿਸਲੇਨੀਅਸ ਹਨ, ਇਹ ਕਿਸੇ ਵੀ ਰੂਲ ਐਂਡ ਰੈਗੂਲੇਸ਼ਨ 'ਚ ਨਹੀਂ ਆਉਂਦੇ, ਇਹਨਾਂ ਨੂੰ ਤੁਹਾਨੂੰ ਐਜ਼ ਇਟ ਇਜ਼ ਹੀ ਯਾਦ ਕਰਨਾ ਪੈਣਾ ਹੈ. ਬੈਡ, ਬੁਰਾ, ਵਰਸ, ਉਸ ਤੋਂ ਬੁਰਾ, ਵਰਸਟ, ਸਭ ਤੋਂ ਬੁਰਾ. ਫਾਰ, ਦੂਰ, ਫਾਦਰ, ਫਾਦੈਸਟ. ਗੁੱਡ, ਚੰਗਾ, ਬੈਟਰ, ਬੈਸਟ. ਲੇਟ, ਲੈਟਰ, ਲਾਸਟ ਜਾਂ ਹੁੰਦਾ ਲੇਟ, ਲੇਟਰ, ਲੇਟੈਸਟ. ਲਿਟਲ, ਲੈਸ, ਲੀਸਟ. low, lower, lowest. much, more, most. old, older, oldest या old, elder, eldest. up, upper, uppermost या up, upper, upmost. note, the comparative degree should be used only when there is some comparison. the book is better than the other. ਸੋ ਕੰਪੈਰੀਟਿਵ ਡਿਗਰੀ ਉਦੋਂ ਹੀ ਵਰਤੀ ਜਾਂਦੀ ਹੈ, ਉਦੋਂ ਹੀ ਇਹਦਾ ਪ੍ਰਯੋਗ ਹੁੰਦਾ ਹੈ ਜਦੋਂ ਅਸੀਂ ਕੋਈ ਕੰਪੈਰੀਜ਼ਨ ਕਰਨਾ ਹੋਵੇ, ਕੋਈ ਮਿਲਾਨ, ਕੋਈ ਤੁਲਨਾ ਕਰਨੀ ਹੋਵੇ. ਜਿਸ ਤਰ੍ਹਾਂ ਕਿ ਇਹ ਬੁੱਕ ਦੂਜੀ ਬੁੱਕ ਤੋਂ ਬੈਟਰ ਹੈ, ਵਧੀਆ ਹੈ. ਬੀ, ਕੰਪੈਰੀਟਿਵ ਐਂਡਿੰਗ ਇਨ ਔਰ ER ਆਰ ਫੋਲੋਡ ਬਾਏ ਟੂ. ਸੋ ਜਿਹੜੀ ਕੰਪੈਰੀਟਿਵ ਡਿਗਰੀ ਵਾਲੇ ਸ਼ਬਦ ਦੀ ਐਂਡਿੰਗ OR ਨਾਲ ਜਾਂ ER ਨਾਲ ਹੁੰਦੀ ਹੈ, ਉਹਦੇ ਨਾਲ ਟੂ ਲੱਗਦਾ ਹੈ, ਨਾ ਕਿ ਦੈਨ. I am senior, ਹੁਣ OR ਨਾਲ ਹੋਈ, to him. ਓਕੇ. he prefers health to wealth. use of double comparative and superlative should be avoided. ਸੋ ਕਈ ਵਾਰ ਕੀ ਹੁੰਦਾ, ਜਿੱਥੇ ER ਲੱਗਣਾ ਹੁੰਦਾ ਸੈਕਿੰਡ ਡਿਗਰੀ ਲਈ, ਉਹਦੇ ਨਾਲ ਅਸੀਂ ਮੋਰ ਵੀ ਲਗਾ ਦਿੰਦੇ ਹਾਂ. ਆਪਾਂ ਨੂੰ ਲੱਗਦਾ ਹੁੰਦਾ ਕਿ ਆਪਾਂ ਡਬਲ ਕੰਪੈਰੇਟਿਵ ਲਾ ਦਾਂਗੇ ਜਾਂ ਡਬਲ ਸੁਪਰਲੇਟਿਵ ਲਗਾ ਦਾਂਗੇ ਤਾਂ ਹੋਰ ਵਧੀਆ ਹੋ ਜਾਏਗਾ. ਇੱਦਾਂ ਕੁਛ ਨਹੀਂ ਹੁੰਦਾ. ਆਪਾਂ ਜਾਂ ਤਾਂ ER ਵਾਲਾ ਯੂਜ਼ ਕਰਨਾ ਜਾਂ ਮੋਰ ਵਾਲਾ. ਸੋ ਆਪਾਂ ਦੋਨਾਂ ਵਿੱਚੋਂ ਇੱਕ ਯੂਜ਼ ਕਰਨਾ ਜੋ ਐਪਰੋਪਰੀਏਟ ਹੋਵੇ. ਜਿੱਦਾਂ ਫਸਟ ਹੈ ਜੋ ਇਨਕਰੈਕਟ ਹੈ, ਜੋ ਆਮ ਗਲਤੀ ਆਪਾਂ ਕਰਦੇ ਹਾਂ, ਆਪਾਂ ਲਿਖ ਦਿੰਦੇ ਹਾਂ ਹੀ ਇਜ਼ ਮੋਰ ਏਬਲਰ ਦੈਨ ਹਿਜ਼ ਬ੍ਰਦਰ. ਮੋਰ ਏਬਲਰ, ਜਦ ਅਸੀਂ ਏਬਲਰ ਕਰ ਹੀ ਦਿੱਤਾ ਤੇ ਫਿਰ ਮੋਰ ਲਗਾਉਣ ਦੀ ਕੋਈ ਲੋੜ ਨਹੀਂ ਹੈ. ਹੀ ਇਜ਼ ਏਬਲਰ ਦੈਨ ਹਿਜ਼ ਬ੍ਰਦਰ. ਏਬਲਰ ਹੁੰਦਾ ਯੋਗ, ਉਸ ਤੋਂ ਜ਼ਿਆਦਾ ਯੋਗ. ਐਕਟੀਵਿਟੀ 5th, fill in the blanks with the appropriate degree of the adjective given in the brackets. ਹੁਣ
ਅਸੀਂ ਜੋ ਬ੍ਰੈਕਟ ਦੇ ਵਿੱਚ ਐਡਜੈਕਟਿਵ ਲਿਖਿਆ ਹੋਇਆ ਹੈ ਅਸੀਂ ਉਹਦੀ ਐਪਰੋਪ੍ਰੀਏਟ ਭਾਵ ਯੋਗ ਡਿਗਰੀ ਇਸ ਬਲੈਂਕ ਵਿੱਚ ਭਰਨੀ ਹੈ। ਹੀ ਇਜ਼ ਅ ਡੈਸ਼ ਸਟੂਡੈਂਟ, ਹੀ ਇਜ਼ ਅ ਟਾਲ ਸਟੂਡੈਂਟ। ਠੀਕ ਹੈ, ਇਹ ਟਾਲ ਹੀ ਆਏਗਾ, ਇਹਦੀ ਯਾਨੀ ਪੋਜ਼ਿਟਿਵ ਡਿਗਰੀ ਹੀ ਆਏਗੀ। ਸੈਕਿੰਡ, ਦ ਤਾਜ is a beautiful building, ਸੋ ਇੱਥੇ ਬਿਊਟੀਫੁਲ ਹੀ ਆਏਗਾ ਕਿਉਂਕਿ ਥਰਡ ਡਿਗਰੀ ਉਦੋਂ ਆਉਂਦੀ ਹੈ ਜਦੋਂ ਪਹਿਲਾਂ ਦ ਲੱਗਿਆ ਹੋਵੇ, ਸੋ ਨਾਲ ਤਾਂ ਦ ਲੱਗਿਆ ਨਹੀਂ। ਤੇ ਸੈਕਿੰਡ ਡਿਗਰੀ ਕਦੋਂ ਆਏਗੀ? ਜਦੋਂ ਐਡਜੈਕਟਿਵ ਤੋਂ ਬਾਅਦ ਦੈਨ ਲੱਗਿਆ ਹੋਵੇ ਜਾਂ ਟੂ ਲੱਗਿਆ ਹੋਵੇ। ਓਕੇ, ਸੋ ਦੋਨਾਂ ਦੇ ਵਿੱਚ ਫਸਟ ਡਿਗਰੀ ਆਏਗੀ ਹੀ ਇਜ਼ ਅ ਟਾਲ ਸਟੂਡੈਂਟ, ਦ ਤਾਜ ਇਜ਼ ਅ ਬਿਊਟੀਫੁਲ ਬਿਲਡਿੰਗ। ਹੁਣ ਦੇਖੋ ਥਰਡ ਵਿੱਚ ਆ ਗਿਆ ਨਾ ਮਾਈ ਟੇਬਲ ਇਜ਼ ਦ, ਹੁਣ ਜਿੱਥੇ ਦ ਆ ਗਿਆ ਉੱਥੇ ਥਰਡ ਡਿਗਰੀ ਲਾ ਦੇਣੀ ਹੈ। ਮਾਈ ਟੇਬਲ is the biggest of all. Fourth, her sweatshirt is, ਹੁਣ ਦੇਖੋ ਖਾਲੀ ਥਾਂ ਤੋਂ ਬਾਅਦ ਕੀ ਆਇਆ? then, ਇਹਦਾ ਮਤਲਬ ਇੱਥੇ ਸੈਕਿੰਡ ਡਿਗਰੀ ਆਏਗੀ। her sweatshirt is softer than her jeans. Fifth, Tina's hair is dash than, है ना, second degree, so Tina's hair is longer than Lena's hair. Sixth, Soumya is funnier than Vijaya. Haridwar is one of the, ਹੁਣ the ਆ ਗਿਆ ਤੇ third degree, Haridwar is one of the holiest places for the Hindus. Eighth, gold is dash than silver, ਹੁਣ than ਆ ਗਿਆ ਤੇ second degree, gold is more expensive than silver. Ravinder is smarter than Parul. This is the best book I have ever read. ठीक है, तो every लिखा है, ठीक कर लेना, ever read, ठीक है, EVER, सो read ਨੂੰ RED नहीं लिखना, स्पेलिंग ठीक है, पर ਆਪਾਂ ਇਹਨੂੰ ਪੜ੍ਹਨਾ ਹੈ read, ठीक है, क्योंकि ਨਾਲ has have ਲੱਗਿਆ ਇਸ ਕਰਕੇ थर्ड फॉर्म है, थर्ड फॉर्म ਨੂੰ ਆਪਾਂ read ਕਰਕੇ ਪੜ੍ਹਨਾ ਹੈ, read ਕਰਕੇ ਨਹੀਂ ਪੜ੍ਹਨਾ। So this is the best book I have ever read. Next, make comparative forms of the word given in the brackets by adding er or more to it. ਹੁਣ ਅਸੀਂ ਸਿਰਫ ਤੇ ਸਿਰਫ ਸੈਕਿੰਡ ਡਿਗਰੀ ਹੀ ਭਰਨੀ ਹੈ, ਪਰ ਅਸੀਂ ਇਹ ਡਿਸਾਈਡ ਕਰਨਾ ਹੈ ਕਿ er ਵਾਲੀ ਡਿਗਰੀ ਲਿਖਣੀ ਹੈ ਕਿ more ਵਾਲੀ ਲਿਖਣੀ ਹੈ। ਠੀਕ ਹੈ, let's start. Cats are dash than goats. Cats are more affectionate than goats. Sheena is older than Gagan. Elder भी लिख सकते हो। थर्ड, चाइना इज लार्जर दैन पोलैंड, कि चाइना पोलैंड तो वड्डा है। माई हिंदी क्लास इज मोर बोरिंग दैन माई मैथ्स क्लास। फिफ्थ, in the UK the streets are generally narrower than in the USA. Sixth, Delhi is busier than Chandigarh. Jyoti is quieter than her sister. Kiran is more ambitious than her brother. Ambitious ਹੁੰਦਾ ਉਤੇਜਿਤ, ਜਿਹਦੇ ਕਾਫੀ ਸੁਪਨੇ ਹੋਣ, ਜਿਹੜਾ ਬਹੁਤ ਅੱਗੇ ਵਧਣਾ ਚਾਹੁੰਦਾ ਹੋਵੇ। ਓਕੇ, my garden is a lot more colorful than this park. My house is a bit more comfortable than a hostel. Activity 6. Listen carefully to your teacher telling you about an unsinkable ship and fill in the gaps provided. ਹੁਣ ਆਪਣੇ ਟੀਚਰ ਨੂੰ ਤੁਸੀਂ ਧਿਆਨ ਨਾਲ ਸੁਣਨਾ ਹੈ ਜੋ ਕਿ ਤੁਹਾਨੂੰ ਇੱਕ ਇਹੋ ਜਿਹੀ ਸਟੋਰੀ ਸੁਣਾਉਣਗੇ ਇੱਕ ਅਨਸਿੰਕੇਬਲ ਸ਼ਿਪ ਦੀ। ਕਿ ਸੋ ਇੱਥੇ ਟੀਚਰ ਗੱਲ ਕਰੇਗਾ ਉਸ ਟਾਈਟੈਨਿਕ ਜਹਾਜ਼ ਦੀ ਜਿਸ ਨੂੰ ਆਈਸ ਬ੍ਰੇਕਰ ਵੀ ਕਿਹਾ ਜਾਂਦਾ ਸੀ। ਉਸ ਸਮੁੰਦਰੀ ਜਹਾਜ਼ ਤੋਂ ਪਹਿਲਾਂ ਜੋ ਜਹਾਜ਼ ਬਣਦੇ ਸਨ ਉਹਨਾਂ ਨੂੰ ਸਮੁੰਦਰ ਦੇ ਪਾਣੀ ਦੇ ਹੇਠਾਂ ਜੋ ਬਰਫ਼ ਜੰਮੀ ਹੁੰਦੀ ਸੀ ਉਸ ਤੋਂ ਬਚ ਕੇ ਨਿਕਲਣਾ ਪੈਂਦਾ ਸੀ। ਕਈ ਵਾਰ ਐਸਾ ਹੁੰਦਾ ਸੀ ਕਿ ਸਮੁੰਦਰੀ ਜਹਾਜ਼ ਉਸ ਅੰਡਰਗਰਾਉਂਡ ਬਰਫ਼ ਦੇ ਨਾਲ ਟਕਰਾ ਕੇ ਟੁੱਟ ਜਾਂਦੇ ਸੀ ਅਤੇ ਇੱਕ ਬਹੁਤ ਵੱਡਾ ਹਾਦਸਾ ਪੇਸ਼ ਆ ਜਾਂਦਾ ਸੀ। ਸੋ ਵਿਗਿਆਨੀਆਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਇੱਕ ਐਸਾ ਜਹਾਜ਼ ਬਣਾਇਆ ਜਿਸ ਦਾ ਉਹਨਾਂ ਨੇ ਦਾਅਵਾ ਕੀਤਾ ਕਿ ਇਹ ਆਈਸ ਬ੍ਰੇਕਰ ਹੈ, ਇਹ ਆਈਸਬਰਗ ਨੂੰ ਤੋੜ ਦੇਗਾ, ਕਿ ਇਸ ਨੂੰ ਕਿਸੇ ਵੀ ਬਰਫ਼ ਦੇ ਪਹਾੜ ਤੋਂ ਡਰਨ ਦੀ ਲੋੜ ਨਹੀਂ ਹੈ। ਪਰ ਜਦੋਂ ਉਹ ਟਾਈਟੈਨਿਕ ਦਾ ਜਹਾਜ਼ ਉਸ ਆਈਸਬਰਗ ਦੇ ਨਾਲ ਟਕਰਾਇਆ ਤੇ ਉਹ ਜਹਾਜ਼ ਵੀ ਉਸ ਆਈਸਬਰਗ ਦੇ ਸਾਹਮਣੇ ਟਿਕ ਨਹੀਂ ਪਾਇਆ। ਆਓ ਦੇਖਦੇ ਹਾਂ ਕੀ ਸਟੋਰੀ ਹੈ। ਉਸ ਸਟੋਰੀ ਨੂੰ ਸੁਣ ਕੇ ਫਿਰ ਅਸੀਂ ਇਹ ਜਿਹੜੇ ਗੈਪਸ ਹਨ, ਖਾਲੀ ਥਾਵਾਂ ਹਨ, ਇਹ ਭਰਨ ਦੀ ਕੋਸ਼ਿਸ਼ ਕਰਾਂਗੇ। ਲੈਟਸ ਸਟਾਰਟ।
The Titanic was a British passenger ship that sank to the bottom of the ocean during his first voyage. Voyage ਹੁੰਦੀ ਹੈ ਜਲ ਯਾਤਰਾ. The ship was constructed during the 1900s by a transportation company known as White Star. With this, they wanted to introduce a new set of luxury passenger ships that would transport wealthy people across the Atlantic Ocean. White Star finished building the Titanic in 1911. At that time, it was the biggest ship that had ever been built. The Titanic was designed with safety compartments that could fill up with water if any issues occurred. For this reason, many people believed that Titanic was unsinkable. In April 1912, the Titanic began its trip from England to the United States, carrying over 2,000 passengers. While at sea, the ship collided with an iceberg and began to overflow. The passengers and the crew evacuated the ship, but there were not enough boats to save everyone. Out of 2,000 passengers, only 705 survived. The sinking of the Titanic is one of the greatest tragedies of the 20th century. Activity 7 Learning to speak. एक group work ਹੈ. ਇਸ activity ਨੂੰ ਅਸੀਂ group ਵਿੱਚ ਕਰਨਾ ਹੈ. ਭਾਵ ਤੁਸੀਂ ਆਪਣੇ friends ਦੀ ਮਦਦ ਨਾਲ ਇਹ activity ਕਰ ਸਕਦੇ ਹੋ. One student from each group will be given a picture. ਇਹਦੇ ਵਿੱਚ ਤੁਸੀਂ ਕੁਝ groups ਬਣਾਉਣੇ ਹਨ ਤੇ ਹਰ ਗਰੁੱਪ ਵਿੱਚ ਇੱਕ ਸਟੂਡੈਂਟ ਨੂੰ ਇੱਕ ਪਿਕਚਰ ਦਿੱਤੀ ਜਾਏਗੀ. The student will see it carefully. ਵਿਦਿਆਰਥੀ ਇਸ ਨੂੰ ਧਿਆਨ ਨਾਲ ਦੇਖੇਗਾ ਐਂਡ ਪਲੇਸ ਇਟ ਅਤੇ ਇਸ ਨੂੰ ਰੱਖ ਦੇਗਾ ਫੇਸ ਡਾਊਨ ਮੁੱਦੇ ਮੂੰਹ ਯਾਨੀ ਉਲਟਾ ਕਰਕੇ ਰੱਖ ਦੇਗਾ ਸੋ ਦੈਟ ਦ ਰੈਸਟ ਆਫ ਦ ਸਟੂਡੈਂਟਸ ਕੈਨ ਨਾਟ ਸੀ ਦ ਪਿਕਚਰ ਕਾਰਡ ਤਾਂ ਕਿ ਬਾਕੀ ਦੇ ਸਟੂਡੈਂਟਸ ਇਸ ਪਿਕਚਰ ਕਾਰਡ ਨੂੰ ਨਾ ਦੇਖ ਸਕਣ. ਡਿਸਕ੍ਰਾਈਬ ਦ ਪਿਕਚਰ ਫॉर ਅਦਰ ਸਟੂਡੈਂਟਸ ਟੂ ਡਰਾ. ਹੁਣ ਦੂਜੇ ਸਟੂਡੈਂਟਸ ਨੂੰ ਇਹ ਪਿਕਚਰ ਡਿਸਕ੍ਰਾਈਬ ਕਰਨੀ ਹੈ ਤੁਸੀਂ ਵਰਣਨ ਕਰਨਾ ਹੈ ਤਾਂ ਕਿ ਉਹ ਤੁਹਾਡੇ ਵਰਣਨ ਨੂੰ ਸੁਣ ਕੇ ਇਸ ਨੂੰ ਡਰਾ ਕਰ ਸਕਣ. ਦ ਸਟੂਡੈਂਟ ਵਿਲ ਸਪੀਕ ਫॉर 2 ਮਿੰਟਸ ਯੂਜ਼ਿੰਗ ਐਡਜੈਕਟਿਵਸ. ਜਿਹੜਾ ਸਟੂਡੈਂਟ ਹੋਏਗਾ ਇਸ ਪਿਕਚਰ ਬਾਰੇ 2 ਮਿੰਟ ਲਈ ਬੋਲੇਗਾ ਤੇ ਅਲੱਗ-ਅਲੱਗ ਐਡਜੈਕਟਿਵਸ ਯੂਜ਼ ਕਰੇਗਾ ਕਿ ਸੋਹਣੀ ਹੈ, ਲੰਬੀ ਹੈ, ਛੋਟੀ ਹੈ, ਮੋਟੀ ਹੈ, ਪਤਲੀ ਹੈ. ਓਕੇ ਸੋ ਇਹੋ ਜਿਹੇ ਐਡਜੈਕਟਿਵਸ ਉਹ ਯੂਜ਼ ਕਰੇਗਾ. ਦ ਟੀਚਰ ਵਿਲ ਗੈਟ ਸਮ ਪਿਕਚਰਸ ਫॉर ਸਟੂਡੈਂਟਸ ਸੋ ਦੈਟ ਪਿਕਚਰਸ ਆਰ ਅਨਸੀਨ ਫॉर them. ਅਧਿਆਪਕ ਇਸ ਐਕਟੀਵਿਟੀ ਲਈ ਕੁਝ ਤਸਵੀਰਾਂ ਅਰੇਂਜ ਕਰੇਗਾ ਤਾਂ ਕਿ ਹਰ ਗਰੁੱਪ ਨੂੰ ਇੱਕ ਨਵੀਂ ਪਿਕਚਰ ਮਿਲੇ ਜੋ ਉਹਨਾਂ ਨੇ ਪਹਿਲਾਂ ਨਾ ਦੇਖੀ ਹੋਵੇ. ਓਕੇ ਸੋ ਇਹ ਐਕਟੀਵਿਟੀ ਤੁਸੀਂ ਗਰੁੱਪ ਵਿੱਚ ਕਰ ਸਕਦੇ ਹੋ. ਨੈਕਸਟ ਲਰਨਿੰਗ ਟੂ ਰਾਈਟ. ਇਹ ਰਾਈਟਿੰਗ ਦੀ ਐਕਟੀਵਿਟੀ ਹੈ. ਐਕਟੀਵਿਟੀ 8 ਰਾਈਟ ਅ ਸਟੋਰੀ ਯੂਜ਼ਿੰਗ ਦ ਫੋਲੋਇੰਗ ਹਿੰਟਸ. ਆਲਸੋ ਗਿਵ ਅ ਹੈਡਿੰਗ ਟੂ ਦ ਸਟੋਰੀ. ਹੁਣ ਇੱਕ ਸਟੋਰੀ ਲਿਖਣੀ ਹੈ ਜਿਹਦੇ ਕਿ ਹਿੰਟਸ ਨੀਚੇ ਦਿੱਤੇ ਹੋਏ ਹਨ. ਫਿਰ ਤੁਸੀਂ ਨਾਲ ਇਸ ਦਾ ਟਾਈਟਲ ਵੀ ਦੇਣਾ ਹੈ. ਇਸ ਨੂੰ ਇਸ ਦਾ ਹੈਡਿੰਗ ਵੀ ਤੁਸੀਂ ਨਾਲ ਲਿਖਣਾ ਹੈ. ਸੋ ਆਪਾਂ ਕੋਸ਼ਿਸ਼ ਕਰਦੇ ਹਾਂ ਇਹਨਾਂ ਹਿੰਟਸ ਨੂੰ ਪੜ੍ਹਨ ਦੀ ਤੇ ਉਸ ਤੋਂ ਬਾਅਦ ਇੱਕ ਸਟੋਰੀ ਲਿਖਣ ਦੀ. ਅ ਸਟੈਗ ਫਸਟ ਹਿੰਟ ਇਹੀ ਹੈ ਨਾ. ਅ ਸਟੈਗ ਯਾਨੀ ਇੱਕ ਬਾਰਾਸਿੰਗਾ. ਤੁਸੀਂ ਇਸ ਤਰ੍ਹਾਂ ਲਿਖ ਸਕਦੇ ਹੋ ਕਿ once there was a stag drinking water. He was drinking water. Saw the reflection there ਹੈ ਨਾ ਯਾਨੀ ਉੱਥੇ. He saw his own reflection. ਠੀਕ ਹੈ ਕਿ ਉੱਥੇ ਉਸਨੇ ਆਪਣੀ ਹੀ ਰਿਫਲੈਕਸ਼ਨ ਦੇਖੀ. ਬਿਊਟੀਫੁਲ ਹੌਰਨਸ ਕਿ ਉਹਦੇ ਜਿਹੜੇ ਸਿੰਗ ਸਨ ਉਹ ਬਿਊਟੀਫੁਲ ਸਨ. ਹਿਜ਼ ਹੌਰਨਸ ਵਰ ਬਿਊਟੀਫੁਲ. ਫੈਲਟ ਪ੍ਰਾਊਡ ਉਹਨੂੰ ਮਾਣ ਮਹਿਸੂਸ ਹੋਇਆ. ਅੱਗੇ ਬਸ ਹੀ ਲਗਾ ਦਿਓ. ਹੀ ਫੈਲਟ ਪ੍ਰਾਊਡ ਆਫ ਹਿਜ਼ ਬਿਊਟੀਫੁਲ ਹੌਰਨਸ. ਨੈਕਸਟ ਹਿੰਟ ਕੀ ਹੈ. ਸੌ ਰਿਫਲੈਕਸ਼ਨ ਆਫ ਹਿਜ਼ ਲੈਗਸ ਕਿ ਉਸਨੇ ਆਪਣੇ ਲੈਗਸ ਦੀ ਵੀ ਰਿਫਲੈਕਸ਼ਨ ਦੇਖੀ. ਪ੍ਰਤੀਬਿੰਬ ਦੇਖਿਆ, ਸ਼ਕਲ ਦੇਖੀ ਪਾਣੀ ਦੇ ਵਿੱਚ. ਠੀਕ ਹੈ. ਹੀ ਸੌ ਰਿਫਲੈਕਸ਼ਨ ਆਫ ਹਿਜ਼ ਲੈਗਸ ਇਨ ਦ ਵਾਟਰ. ਨੈਕਸਟ ਹੈ ਫੈਲਟ ਅਸ਼ੇਮਡ ਯਾਨੀ ਉਹਨੂੰ ਸ਼ਰਮ ਆਈ. ਹੀ ਫੈਲਟ ਅਸ਼ੇਮਡ ਉਸਨੂੰ ਸ਼ਰਮ ਆਈ. ਹਰਡ ਦ ਬਾਰਕਿੰਗ ਉਸਨੇ ਭੌਂਕਣਾ ਸੁਣਿਆ. ਉਹ ਕੌਣ ਸੀ. ਹੰਟਰਸ ਡੌਗ ਇੱਕ ਸ਼ਿਕਾਰੀ ਦਾ ਕੁੱਤਾ. ਸੋ ਲਾਈਨ ਇਸ ਤਰ੍ਹਾਂ ਲਿਖ ਸਕਦੇ ਹੋ. ਸਡਨਲੀ ਹੀ ਹਰਡ ਦ ਬਾਰਕਿੰਗ of a hunter's dog. Started running. पूरी लाइन. Then he started running. अगला hint. His horns entangled in a bush
ਕਿ ਉਸ ਦੇ ਜਿਹੜੇ ਸਿੰਘ ਸਨ ਉਹ ਐਂਟੈਂਗਲਡ ਹੋ ਗਏ, ਫਸ ਗਏ ਬੁਸ਼ ਯਾਨੀ ਝਾੜੀ ਵਿੱਚ। ਆਫਟਰ ਸਮ ਟਾਈਮ ਯਾਨੀ ਕੁਝ ਦੇਰ ਭੱਜਣ ਤੋਂ ਬਾਅਦ, ਆਫਟਰ ਸਮ ਟਾਈਮ ਹਿਜ਼ horns were entangled in a bush, tried his best to untangle horns, he ਲਗਾ ਦੋ, he tried his best to untangle his horns, ਨੈਕਸਟ ਕੀ ਹੈ, succeeded with great difficulty, ਕਿ ਉਹ ਕਾਮਯਾਬ ਹੋਇਆ ਪਰ ਬੜੀ ਮੁਸ਼ਕਲ ਦੇ ਨਾਲ। at last ਜਾਂ eventually, ਠੀਕ ਹੈ, at last he succeeded with great difficulty, ਭਾਵ ਆਪਣੇ ਸਿੰਘਾਂ ਨੂੰ ਉਹਨਾਂ ਝਾੜੀਆਂ ਤੋਂ ਅਨਟੈਂਗਲ ਕਰਨ ਵਿੱਚ ਉਹ ਬੜੀ ਮੁਸ਼ਕਲ ਦੇ ਨਾਲ ਸਫਲ ਹੋਇਆ, ਭਾਵ ਬੜੀ ਮਸ਼ੱਕਤ ਦੇ ਨਾਲ ਉਸਨੇ ਆਪਣੇ ਸਿੰਘ ਉਹਨਾਂ ਝਾੜੀਆਂ ਤੋਂ ਛੁਡਾ ਲਏ। dogs reached, ਕੁੱਤੇ ਪਹੁੰਚ ਗਏ। after some time dogs reached there, next used thin legs to escape, ਫਿਰ ਉਸਨੇ ਆਪਣੇ thin legs ਪਤਲੀਆਂ ਲੱਤਾਂ ਦੀ ਵਰਤੋਂ ਕੀਤੀ ਬਚ ਕੇ ਨਿਕਲ ਜਾਣ ਵਿੱਚ। then he used his thin legs to escape, ਠੀਕ ਹੈ, ਵੀ ਉੱਥੋਂ ਭੱਜ ਕੇ ਨਿਕਲਣ 'ਚ ਉਹਨੇ ਆਪਣੀਆਂ thin legs ਦੀ ਵਰਤੋਂ ਕੀਤੀ। ਨੈਕਸਟ ਹਿੰਟ ਕੀ ਆ, ਅੰਡਰਸਟੂਡ ਇੰਪੋਰਟੈਂਸ ਆਫ ਅਗਲੀ ਲੁਕਿੰਗ ਲੈਗਸ, ਭਾਵ ਉਸ ਨੂੰ ਉਹਨਾਂ ਬਦਸੂਰਤ ਦਿਖਣ ਵਾਲੀਆਂ ਲੱਤਾਂ ਦੀ ਇੰਪੋਰਟੈਂਸ ਪਤਾ ਚੱਲੀ। ਦੈਨ ਹੀ ਅੰਡਰਸਟੂਡ ਦ ਇੰਪੋਰਟੈਂਸ ਆਫ ਅਗਲੀ ਲੁਕਿੰਗ ਲੈਗਸ। ਸੋ ਇਹਦਾ ਹੈਡਿੰਗ ਤੁਸੀਂ ਲਿਖ ਸਕਦੇ ਹੋ, ਦ ਸਟੈਗ ਐਂਡ ਹਿਜ਼ ਹੌਰਨਸ। ਸੋ ਹੈਡਿੰਗ ਤੁਸੀਂ ਸਭ ਤੋਂ ਉੱਪਰ ਪਾਉਣਾ ਹੈ। ਐਕਟੀਵਿਟੀ 9, ਲਰਨਿੰਗ ਟੂ ਯੂਜ਼ ਦ ਲੈਂਗੁਏਜ, ਇਹ ਵੀ ਪੇਅਰ ਵਰਕ ਵਿੱਚ ਕਰਨਾ, ਪੇਅਰ ਵਰਕ ਯਾਨੀ ਜੋੜੇ ਬਣਾ ਕੇ। ਸੋ 9th ਐਕਟੀਵਿਟੀ ਇਸ ਕਰਕੇ ਹੈ ਤਾਂ ਕਿ ਤੁਸੀਂ ਲੈਂਗੁਏਜ ਨੂੰ ਯੂਜ਼ ਕਰਨੀ ਸਿੱਖ ਸਕੋ। Write short notes on your positive self-talking information from the picture given below. So ਨੀਚੇ ਇੱਕ ਪਿਕਚਰ ਦਿੱਤੀ ਹੋਈ ਹੈ, ਤੁਸੀਂ ਆਪਣੇ ਆਪ ਲਈ ਪੋਜ਼ਿਟਿਵ ਬੋਲਣਾ ਹੈ, ਆਪਣੇ ਆਪ ਲਈ ਪੋਜ਼ਿਟਿਵ ਗੱਲਾਂ ਕਰਨੀਆਂ। ਮੈਂ ਇਹ ਵੀ ਕਰ ਸਕਦਾ ਹਾਂ, ਮੈਂ ਉਹ ਵੀ ਕਰ ਸਕਦਾ ਹਾਂ, ਠੀਕ, ਪੋਜ਼ਿਟਿਵ ਗੱਲਾਂ ਆਪਣੇ ਵਾਸਤੇ ਬੋਲਣੀਆਂ ਹਨ। ਆਫਟਰ ਯੂ ਹੈਵ ਮੇਡ ਯੂਰ ਨੋਟਸ, ਜਦੋਂ ਤੁਸੀਂ ਆਪਣੇ ਲਈ ਨੋਟਸ ਬਣਾ ਲਏ ਉਸ ਤੋਂ ਬਾਅਦ ਟਾਕ ਟੂ ਯੂਰ ਪਾਰਟਨਰ, ਆਪਣੇ ਪਾਰਟਨਰ ਨਾਲ ਗੱਲ ਕਰੋ ਕਿੰਨੀ ਦੇਰ ਲਈ, 1 minute, ਅਬਾਊਟ ਯੂਅਰ ਸੈਲਫ, ਆਪਣੇ ਆਪ ਬਾਰੇ। ਓਕੇ ਜੀ, ਇਹ ਹੈ ਸਾਡੀ ਪਿਕਚਰ, ਆਪਾਂ ਇਹਨੂੰ ਇੱਕ ਵਾਰ ਪੜ੍ਹ ਲੈਂਦੇ ਹਾਂ। ਆਈ ਐਮ ਇਨਫ, ਕਿ ਮੈਂ ਹੀ ਕਾਫੀ ਹਾਂ, ਠੀਕ ਹੈ, ਹਰ ਕੰਮ ਕਰਨ ਲਈ। ਆਈ ਬਿਲੀਵ ਇਨ ਮਾਈ ਸੈਲਫ, ਮੈਂ ਆਪਣੇ ਆਪ ਵਿੱਚ ਵਿਸ਼ਵਾਸ ਰੱਖਦਾ ਹਾਂ। ਐਂਡ ਮਾਈ ਅਬਿਲਿਟੀਜ਼, ਅਤੇ ਆਪਣੀਆਂ ਯੋਗਤਾਵਾਂ ਵਿੱਚ। ਆਈ ਕੈਨ ਕੰਟਰੋਲ ਮਾਈ ਓਨ ਹੈਪੀਨੈਸ, ਮੈਂ ਆਪਣੀ ਹੈਪੀਨੈਸ ਨੂੰ ਖੁਦ ਕੰਟਰੋਲ ਕਰ ਸਕਦਾ ਹਾਂ, ਭਾਵ ਕਿਸੇ ਦੇ ਹੱਥ ਵਿੱਚ ਚਾਬੀ ਨਹੀਂ ਹੈ ਜਿਹੜਾ ਮੈਨੂੰ ਦੁਖੀ ਕਰ ਸਕੇ। ਮੇਰੀ ਖੁਸ਼ੀ ਦੀ ਚਾਬੀ ਮੇਰੇ ਕੋਲ ਹੀ ਹੈ, ਮੈਂ ਹੀ ਇਸ ਦਾ ਮਾਲਕ ਹਾਂ, ਮੈਂ ਹੀ ਇਸ ਨੂੰ ਕੰਟਰੋਲ ਕਰਦਾ ਹਾਂ। ਟੁਡੇ ਆਈ ਐਮ ਅ ਲੀਡਰ, ਅੱਜ ਮੈਂ ਹੀ ਹਾਂ ਇੱਕ ਲੀਡਰ। ਟੁਡੇ ਇਜ਼ ਗੋਇੰਗ ਟੂ ਬੀ ਐਨ ਔਸਮ ਡੇ, ਅੱਜ ਇੱਕ ਬਹੁਤ ਵਧੀਆ ਦਿਨ ਹੋਣ ਜਾ ਰਿਹਾ ਹੈ। ਆਈ ਕੈਨ ਗੈਟ ਥਰੂ ਦਿਸ, ਕਿ ਮੈਂ ਇਹਨਾਂ ਸਾਰੀਆਂ ਮੁਸ਼ਕਲਾਂ ਦੇ ਵਿੱਚੋਂ ਗੈਟ ਥਰੂ ਹੋ ਸਕਦਾ, ਲੰਘ ਸਕਦਾ ਹਾਂ। ਸੋ ਇਹ ਸਾਰੀਆਂ ਪੋਜ਼ਿਟਿਵ ਟਾਕਸ ਹਨ, ਇਹ ਤੁਸੀਂ ਆਪਣੇ ਪਾਰਟਨਰ ਦੇ ਨਾਲ 1 ਮਿੰਟ ਲਈ ਬੋਲਣਾ ਹੈ। ਸੋ ਇਹ ਸੀ ਲੈਸਨ ਐਂਡ ਇਟਸ ਐਕਟੀਵਿਟੀਜ਼। ਉਮੀਦ ਹੈ ਤੁਹਾਨੂੰ ਕਾਫੀ ਕੁਝ ਸਮਝ ਆਇਆ ਹੋਵੇਗਾ। ਜੇ ਹੁਣ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰੋ, ਲਾਈਕ ਕਰੋ, ਸ਼ੇਅਰ ਕਰੋ ਤੇ ਖੂਬ ਪੜੋ। ਥੈਂਕ ਯੂ ਸੋ ਮਚ। ਥੈਂਕ ਯੂ ਵੈਰੀ ਮਚ ਫॉर ਵਾਚਿੰਗ ਦਿਸ ਵੀਡੀਓ। ਇਹ 2 ਵੀਡੀਓਜ਼ ਮੈਂ ਤੁਹਾਡੇ ਲਈ ਹੋਰ ਸਿਲੈਕਟ ਕੀਤੀਆਂ, ਉਮੀਦ ਹੈ ਤੁਹਾਨੂੰ ਇਹ ਵੀ ਪਸੰਦ ਆਉਣਗੀਆਂ। ਨਾਲ ਹੀ ਤੁਹਾਡੇ ਨਾਲ ਸੰਬੰਧਿਤ ਹੈ ਪਲੇਲਿਸਟ ਵੀ ਮੈਂ ਅਟੈਚ ਕਰ ਦਿੱਤੀ ਹੈ। ਉਮੀਦ ਹੈ ਤੁਹਾਨੂੰ ਮੇਰੇ ਵੱਲੋਂ ਕੀਤੀਆਂ ਜਾਣ ਵਾਲੀਆਂ ਐਫਰਟਸ ਜ਼ਰੂਰ ਪਸੰਦ ਆ ਰਹੀਆਂ ਹੋਣਗੀਆਂ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋਗੇ। ਥੈਂਕ ਯੂ ਵੈਰੀ ਮਚ। ਮਿਲਦੇ ਹਾਂ ਅਗਲੀ ਵੀਡੀਓ ਵਿੱਚ।